पात खाना ते ठिकाना विच जंगलां दे साग पात खाना ते ठिकाना विच जंगलां दे नैना विचों नींद सी गवाई तेरे काल से नैना विचों नींद सी गवाई तेरे काल से मिट्टी विच गजनी मिट्टी विच गजनी मलाई तेरे काल से मिट्टी विच गजनी मलाई तेरे काल से सीधने राती वाहे गुरु दी फतेह दा वाहे गुरु दी फतेह दा बुलाई तेरे काल से वाहे गुरु दी फतेह दा बुलाई तेरे काल से फूल फूल तन तन कीती जो तन तन कीती जो कमाई तेरे खाल से तन तन कीती जो कमाई तेरे खाल से
ਵੱਡ ਵਡੇਰਿਆਂ ਦੇ ਕਰਨੀ ਨਾਮਿਆਂ ਨੂੰ ਆਪਣੀ ਯਾਦ ਦੀ ਪੱਟੀ ਦੇ ਉੱਤੇ ਦੁਹਰਾਉਣ ਵਾਸਤੇ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਲਵਾ ਰਹੇ ਸਤਿਗੁਰਾਂ ਦੇ ਖਾਸ ਰੂਪ ਸਵਰੂਪ ਸਾਧ ਸੰਗਤ ਜੀਓ, ਦਰ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਮਰੀਕ ਸਿੰਘ ਜੀ ਆਪ ਜੀ ਨਾਲ ਇੱਕ ਨੁਕਤਾ ਸਾਂਝਾ ਕਰਕੇ ਗਏ ਨੇ। ਮੈਂ ਕਿਸੇ ਵੇਲੇ ਵਿਚਾਰ ਕਰਦਾ ਕਿ ਜੇ ਮੈਂ ਨੁਕਤਾ ਕੋਈ ਸਾਂਝਾ ਕਰਾਂ ਤੇ ਫਿਰ ਜਿਹੜਾ ਮੈਨੂੰ ਸਮਾਂ ਮਿਲਦਾ ਉਧਰ ਬਤੀਤ ਹੋ ਜਾਂਦਾ। ਮੈਂ ਇਤਿਹਾਸ ਦੀ ਕੋਈ ਗਾਥਾ ਬਹੁਤੀ ਤੁਹਾਡੇ ਚਰਨਾਂ 'ਚ ਨਹੀਂ ਸਾਂਝੀ ਕਰ ਸਕਦਾ, ਪਰ ਹਰ ਗੱਲ ਦਾ ਆਧਾਰ ਬਣਾਉਣ ਵਾਸਤੇ ਕੁਝ ਨਾ ਕੁਝ ਲੋੜੀਂਦਾ ਹੈ। ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਕੇ ਗਏ ਮਨ ਦੇ ਟਿਕਾਓ ਦਾ, ਕਿ ਹਰ ਇਨਸਾਨ ਇਸ ਗੱਲ ਦਾ ਜ਼ੋਰ ਲਾਉਂਦਾ ਹੈ ਕਿ ਪਤਾ ਨਹੀਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਗੁਰਦੁਆਰਾ ਸਾਹਿਬ ਵੀ ਜਾਈਦਾ, ਦੀਵਾਨ ਵੀ ਸੁਣੀਦਾ, ਪਾਠ ਵੀ ਕਰੀਦਾ, ਮਨ ਤ੍ਰਿਪਤਾ ਨਹੀਂ। ਮੈਂ ਢਾਡੀ ਹਾਂ, ਇਤਿਹਾਸ ਦੇ ਪੰਨਿਆਂ ਦੁਆਰਾ ਹੀ ਤੁਹਾਡੇ ਚਰਨਾਂ 'ਚ ਹਾਜ਼ਰੀ ਪਾਉਣੀ ਚਾਹੁੰਦਾ ਹਾਂ। ਕਥਾ ਮੇਰੇ ਵੱਸ ਦਾ ਰੋਗ ਨਹੀਂ, ਨਾ ਮੈਂ ਉਸ ਪਾਸੇ ਜਾਣਾ ਚਾਹੁੰਦਾ ਹਾਂ। ਕੋਈ ਵਿਦਵਾਨ ਸੱਜਣ ਸੀ, ਇੱਕ ਜਗ੍ਹਾ ਦੇ ਉੱਤੇ ਬੈਠਾ ਸੀ, ਕੋਈ ਮੁਟਿਆਰ ਹੱਥ 'ਚ ਘੜਾ ਲੈ ਕੇ ਤੁਰੀ ਜਾ ਰਹੀ ਹੈ। ਮੈਂ ਪ੍ਰਮਾਣ ਦੇ ਤੌਰ ਉੱਤੇ ਇਹ ਤੁਹਾਡੇ ਨਾਲ ਸਾਂਝਾ ਕਰਕੇ ਪ੍ਰਾਰੰਭ ਕੀਤੀ ਹੋਈ ਗਾਥਾ ਨੂੰ ਤੁਹਾਡੇ ਚਰਨਾਂ 'ਚ ਰੱਖਣਾ ਚਾਹੁੰਦਾ। ਉਹ ਤੁਰੀ ਜਾ ਰਹੀ ਹੈ ਤੇ ਵਿਦਵਾਨ ਸੱਜਣ ਨੇ ਕਲਮ ਉਠਾਈ, ਚੰਦ ਸਤਰਾਂ ਲਿਖੀਆਂ। ਉਹ ਲਿਖਦਾ, ਕਹਿੰਦਾ, ਪਾਣੀ ਭਰਨ ਗਈ ਇੱਕ ਸੁੰਦਰੀ ਹੱਥ ਘੜਾ ਪਲਮਾਈ। ਆਪਣੀ ਭਾਸ਼ਾ 'ਚ ਲਿਖਦਾ, ਪਲਮਾਈ ਦਾ ਮਤਲਬ ਲਟਕਾ ਕੇ ਤੁਰੀ ਜਾਂਦੀ ਹੈ, ਲਮਕਾ ਕੇ ਤੁਰੀ ਜਾ ਰਹੀ ਹੈ, ਗਲੇ ਤੋਂ ਫੜਿਆ ਹੋਇਆ ਘੜੇ ਨੂੰ। ਪਾਣੀ ਭਰਨ ਗਈ ਇੱਕ ਸੁੰਦਰੀ ਹੱਥ ਘੜਾ ਪਲਮਾਈ, ਖੂਹ ਤੇ ਜਾ ਗਲ ਰੱਸੀ ਪਾ ਕੇ ਦਿੱਤਾ ਵਿੱਚ ਲਟਕਾਈ। ਵਿਦਵਾਨ ਸੱਜਣ ਨੇ ਫਿਰ ਦੋ ਪਾਤਰ ਬਣਾਏ। ਮੁਟਿਆਰ ਦੀ ਜਗ੍ਹਾ ਪ੍ਰਮਾਤਮਾ ਨੂੰ ਦੇ ਦਿੱਤੀ, ਸਰਵ ਸ਼ਕਤੀਮਾਨ ਨੂੰ। ਘੜੇ ਦੀ ਜਗ੍ਹਾ ਸਾਡੇ ਵਰਗੇ ਦੁਨਿਆਵੀ ਵਿਅਕਤੀਆਂ ਨੂੰ ਰੱਖ ਲਏ। ਖੂਹ ਤੇ ਜਾ ਗਲ ਰੱਸੀ ਪਾ ਕੇ ਦਿੱਤਾ ਵਿੱਚ ਲਟਕਾਈ। ਹਾਏ ਰੱਬਾ, ਘੜੇ ਨੇ ਪੁੱਛਿਆ। ਹੁਣ ਘੜਾ ਬੋਲਦਾ ਨਹੀਂ। ਕਵੀ ਦੀ ਕਲਮ ਵਿੱਚ ਜਾਨ ਹੋਵੇ ਤੇ ਪੱਥਰਾਂ ਕੋਲੋਂ ਬੁਲਵਾ ਦਿਆ ਕਰਦਾ ਹੈ। ਦਰਖਤ ਬੋਲਦੇ ਹਨ, ਨਦੀਆਂ ਬੋਲਦੀਆਂ ਹਨ, ਪਹਾੜ ਬੋਲਦੇ ਹਨ। ਘੜੇ ਨੇ ਸਵਾਲ ਕੀਤਾ ਤੇ ਸਵਾਲ ਅਸੀਂ ਕਰਦੇ ਹਾਂ। ਅਸੀਂ ਜਦੋਂ ਕਹਿੰਦੇ ਹਾਏ ਰੱਬਾ ਮੇਰੇ ਨਾਲ ਏਦਾਂ, ਰੱਬ ਨੂੰ ਲਾਮੇ ਦਿੰਦੇ, ਅਸੀਂ ਥੱਕਦੇ ਨਹੀਂ। ਹਾਏ ਰੱਬਾ, ਘੜੇ ਨੇ ਪੁੱਛਿਆ। ਕੀ ਪੁੱਛਿਆ? ਚੱਕ ਚੜਿਆ, ਭੱਠ ਪੁੱਜਿਆ, ਇਹ ਵੱਡ ਕਠਨ ਤਪੱਸਿਆ ਕੀਤੀ, ਤਾਂ ਵੀ ਗਲ ਵਿੱਚ ਫਾਹੀ। ਮੈਂ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹਾਂ ਜਾਂ ਜਾਂਦੀ ਹਾਂ। ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਹਾਂ ਜਾਂ ਕਰਦੀ ਹਾਂ। ਮੈਂ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਦਾ ਹਾਂ, ਪਰ ਪਰਿਵਾਰ ਵਿੱਚ ਕਲੇਸ਼ ਬੜਾ ਹੈ। ਮਨ ਟਿਕਾਓ ਵਿੱਚ ਨਹੀਂ, ਆਤਮਾ ਭਟਕਦੀ ਹੈ। ਮਨ ਬਿਰਤੀ ਇਕਾਗਰ ਨਹੀਂ ਰਹਿੰਦੀ। ਮਨ ਉਡਾਰੀਆਂ ਮਾਰਦਾ। ਪਾਠ ਕਰਨ ਲੱਗਿਆ ਸ਼ਾਇਦ ਹੀ ਕਦੀ ਖਿਆਲ ਉਹ ਮਨ ਵਿੱਚ ਆਇਆ ਹੋਵੇ। ਜਦੋਂ ਬੰਦਾ ਬਾਣੀ ਪੜ੍ਹਦਾ, ਉਹ ਖਿਆਲ ਇਨਸਾਨ ਦੇ ਦਿਮਾਗ ਵਿੱਚ ਫਿਰ ਚੱਕਰ ਲਗਾਉਂਦੇ ਹਨ। ਘੜੇ ਨੇ ਸਵਾਲ ਕੀਤਾ, ਮਨੁੱਖ ਨੇ ਸਵਾਲ ਕੀਤਾ, ਹਾਏ ਰੱਬਾ, ਚੱਕ ਚੜਿਆ, ਭੱਠ ਪੁੱਜਿਆ, ਮੈਂ ਬੜੀ ਤਪੱਸਿਆ ਕਰਦਾ ਹਾਂ, ਇਹ ਵੱਡ ਕਠਨ ਤਪੱਸਿਆ ਕੀਤੀ, ਤਾਂ ਵੀ ਗਲ ਵਿੱਚ ਫਾਹੀ। ਤੋ ਕਵੀ ਲਿਖਦਾ, ਇਹ ਗੱਲ ਸੁਣ ਕੇ ਕਿਹਾ ਸੁੰਦਰੀ। ਰੱਬ ਨੇ ਜਵਾਬ ਦਿੱਤਾ ਹੈ, ਬੀਬਾ ਕਿਸ ਗੱਲ ਤੇ ਭਲਮਾਇਆ, ਹਠੀਏ ਤਪੀਏ ਦਿਲਾਂ ਦੇ ਥੋਥੇ ਤਾਂ ਅੰਦਰ ਕੁਛ ਨਹੀਂ ਪਾਇਆ। ਕਿਹੜੀ ਗੱਲ ਦਾ ਮਾਨ ਕਰਦਾ, ਅੰਦਰੋਂ ਤੂੰ ਖਾਲੀ ਹੈ। ਮੈਂ ਇੱਕ ਦਿਨ ਜੀਵਨ ਪੜ੍ਹ ਰਿਹਾ ਸੀ ਇੱਕ ਮਹਾਨ ਆਤਮਾ ਦਾ। ਕਹਿੰਦੇ ਨੇ ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਤੇ ਕਰਦੇ ਹੀ ਗਏ, ਕਰਦੇ ਹੀ ਗਏ, ਕਰਦੇ ਹੀ ਗਏ, ਕਰਦੇ ਹੀ ਗਏ। ਸਿੱਖਾਂ ਨੇ ਪੁੱਛ ਲਿਆ, ਕਹਿਣ ਲੱਗੇ, ਬਾਬਾ ਜੀ ਅੱਜ ਇੰਨਾ ਪਿਆਰ ਜਾਗ ਪਿਆ ਜਪਜੀ ਸਾਹਿਬ ਦੀ ਬਾਣੀ ਨਾਲ, ਪਾਠ ਕਰਨੋਂ ਹਟੇ ਹੀ ਨਹੀਂ, ਹਟੇ ਹੀ ਨਹੀਂ। ਤੇ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ, ਕਹਿੰਦੇ ਪਿਆਰ ਹੀ ਤੇ ਨਹੀਂ ਸੀ ਜਾਗਿਆ। ਪਿਆਰ ਜਾਗ ਜਾਂਦਾ ਤੇ ਇੱਕ ਵਾਰ ਹੀ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਆਤਮਾ ਤ੍ਰਿਪਤ ਹੋ ਜਾਣੀ ਸੀ।
ਪਾਠ ਕਰਦੇ ਸਾਂ ਸਾਖਸ਼ਾਤ ਹਜ਼ੂਰ ਪਿਤਾ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋ ਜਾਂਦੇ ਸਨ। ਅੱਜ ਬਿਰਤੀ ਟਿਕੀ ਨਹੀਂ। ਅਸੀਂ ਪ੍ਰਣ ਕਰ ਲਿਆ ਕਿ ਉਹਨਾਂ ਚਿਰ ਬਾਣੀ ਪੜ੍ਹਦੇ ਜਾਣਾ ਜਿੰਨਾ ਚਿਰ ਮਨ ਟਿਕਦਾ ਨਹੀਂ, ਟਿਕਾਓ ਵਿੱਚ ਨਹੀਂ ਆਉਂਦਾ। ਬਾਣੀ ਪੜ੍ਹਨੀ ਹੋਰ ਗੱਲ ਹੈ, ਬਾਣੀ ਪੜ੍ਹ ਕੇ ਉਸ ਨੂੰ ਆਪ ਹੀ ਸਰਵਣ ਕਰਨਾ। ਕੋਈ ਨਹੀਂ, ਮੇਰੇ ਵਰਗਿਆਂ ਦਾ ਤੇ ਸੁਭਾਅ ਹੈ ਵੀ ਜੇ ਕਿਤੇ ਮੈਂ ਸਵੇਰੇ ਕਦੀ ਬਹਿ ਹੀ ਜਾਵਾਂ ਤੇ ਭਈ ਮਜ਼ਾ ਤੇ ਤਾਂ ਨਾ ਜੇ ਕੋ ਦੋ ਵੀਰ ਮੈਨੂੰ ਹੁਣ ਮਿਲਣ ਵਾਲੇ ਆ ਜਾਣ ਤੇ ਮੈਂ ਚੌਂਕੜਾ ਲਾਇਆ ਹੋਵੇ ਤੇ ਬਾਣੀ ਪੜ੍ਹ ਰਿਹਾ ਵਾਂ ਤੇ ਫਿਰ ਵੇਖਣ ਵਾਲਾ ਆਖੇ ਵਾਹ ਭਈ ਤਾਨਾ ਭਈ ਬਸਿਕਾ ਤੇਰੀ ਬੜੀ ਕਮਾਈ, ਬੜਾ ਸੁਖਨੀ ਸਾਹਿਬ ਦਾ ਪਾਠ ਕਰਦਾ। ਫੇਰ ਤੇ ਮਜ਼ਾ ਜੇ ਕੋਈ ਵੇਖੇ ਤੇ ਵੇਖਦਾ, ਕੋਈ ਨਹੀਂ, ਮਜ਼ਾ ਕਾਹਦਾ ਹੋਇਆ ਫਿਰ? ਬਾਣੀ ਪੜ੍ਹਨ ਦਾ ਸਵਾਦ ਆ ਕੋਈ? ਬਸ ਇੱਥੇ ਆਣ ਕੇ ਅਸੀਂ ਮਾਰ ਖਾ ਕੇ ਸਾਧ ਸੰਗਤ ਅੰਦਰੋਂ ਖਾਲੀ ਦੇ ਖਾਲੀ ਰਹਿ ਗਏ, ਘੜਾ ਵੀ ਖਾਲੀ ਸੀ। ਇਹ ਗੱਲ ਸੁਣ ਕੇ ਕਿਹਾ ਸੁੰਦਰੀ ਬੀਬਾ ਕਿਸ ਗੱਲ ਤੇ ਭਲਮਾਇਆ, ਹਟੀਏ ਤਪੀਏ ਦਿਲਾਂ ਦੇ ਥੋਥੇ ਤੇ ਅੰਦਰ ਕੁਛ ਨਹੀਂ ਪਾਇਆ। ਸਿਆਣੇ ਬੰਦੇ ਕਿਸੇ ਦੀ ਗੱਲ ਮੰਨ ਲੈਂਦੇ ਨੇ, ਮੇਰੇ ਵਰਗੇ ਮੂਰਖ ਨਹੀਂ ਮੰਨਦੇ। ਇਹ ਹੈਂਕੜ ਵਿੱਚ ਰਹੀਦਾ। ਘੜਾ ਸਿਆਣਾ ਸੀ, ਉਹ ਕਵੀ ਕਹਿੰਦਾ ਇਹ ਗੱਲ ਸੁਣ ਕੇ ਸਿਰ ਨੀਵਾਂ ਕਰ। ਘੜੇ ਨੇ ਸਿਰ ਝੁਕਾ ਲਿਆ ਕਿ ਮੇਰੇ ਵਿੱਚ ਗਲਤੀ ਏ, ਮੈਂ ਗਲਤ ਹਾਂ। ਲਾਗੇ ਹੋਰ ਕੁਝ ਨਹੀਂ ਸੀ, ਉਹਨੇ ਆਪਣੇ ਚ ਪਾਣੀ ਪਾ ਲਿਆ। ਇਹ ਗੱਲ ਸੁਣ ਕੇ ਸਿਰ ਨੀਵਾਂ ਕਰ, ਜਦ ਲਬਾਂ ਲੱਭ ਭਰਿਆ, ਖਿੱਚ ਉਤਾਂ ਲਾ ਗਲ ਫਾਹੀ, ਸੈਲ ਕੁੜੀ ਸਿਰ ਧਰਿਆ। ਜਿਹਨੂੰ ਲਮਕਾ ਕੇ ਤੁਰੀ ਜਾਂਦੀ ਸੀ, ਜਿਹਦੇ ਗਲ 'ਚ ਫਾਂਸੀ ਦਾ ਫੰਦਾ ਸੀ, ਜਦੋਂ ਸਾਧ ਸੰਗਤ ਉਹਦੇ ਹਿਰਦੇ 'ਚ ਵਸ ਗਿਆ ਪ੍ਰਮਾਤਮਾ ਦਾ ਨਾਮ, ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਤੁਸਾਂ ਨੇ ਉਹਨਾਂ ਨੂੰ ਸਿਰਾਂ ਦੇ ਤਾਜ ਬਣਾ ਲਏ। ਕਿਸੇ ਨੇ ਉਹਨਾਂ ਨੂੰ ਮਹਾਤਮਾ ਪੁਰਸ਼ ਆਖਿਆ, ਕਿਸੇ ਨੇ ਸਤਪੁਰਸ਼ ਆਖਿਆ, ਕਿਸੇ ਨੇ ਬ੍ਰਹਮ ਗਿਆਨੀ ਆਖਿਆ, ਕਿਸੇ ਨੇ ਰੱਬ ਦਾ ਰੂਪ ਆਖਿਆ, ਕਿਸੇ ਨੇ ਨਿਰਾਈ ਰੱਬ ਆਖਿਆ। ਫਿਰ ਸੰਗਤਾਂ ਉਹਨਾਂ ਨੂੰ ਸਿਰਾਂ ਦੇ ਤਾਜ ਬਣਾ ਲੈਂਦੀਆਂ ਨੇ। ਜੇਕਰ ਅਸੀਂ ਖਾਲੀ ਰਹਾਂਗੇ ਸਾਰੀ ਜ਼ਿੰਦਗੀ, ਫਾਂਸੀ ਦਾ ਫੰਦਾ ਜਮਾ ਦਾ ਬੰਧਨ ਸਾਡੇ ਗਲਾਂ 'ਚ ਪਿਆ ਰਹੇਗਾ। ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਆ ਨਾ ਸਾਧ ਸੰਗਤ, ਕੰਮਕਾਰ ਵੀ ਛੱਡੇ ਨੇ, ਟਾਈਮ ਕੱਢ ਕੇ ਆਏ ਹਾਂ, ਤੇ ਜੇ ਲਾਹਾ ਕੁਝ ਪ੍ਰਾਪਤ ਨੇ ਕੀਤਾ ਤੇ ਫਿਰ ਆਉਂਦਾ ਫਾਇਦਾ ਕੋਈ ਨਹੀਂ। ਜੇ ਫਾਰਮੈਲਿਟੀ ਦੇ ਤੌਰ ਦੇ ਉੱਤੇ ਆਉਣਾ ਹੈ ਫਿਰ ਫਾਇਦਾ ਕੋਈ ਨਹੀਂ। ਦੁਨੀਆ ਦੇ ਲੋਕਾਂ ਨੇ ਉਹਨਾਂ ਦੇ ਅੱਗੇ ਸਿਰ ਝੁਕਾਇਆ ਜਿਨ੍ਹਾਂ ਨੇ ਪ੍ਰਮਾਤਮਾ ਦੀ ਏਡੀ ਵੱਡੀ ਆਰਾਧਨਾ ਕੀਤੀ ਕਿ ਪ੍ਰਮਾਤਮਾ ਦਾ ਰੂਪ ਹੀ ਹੋ ਗਏ। ਐਸੀਆਂ ਵਿਚਾਰਾਂ ਤੁਸੀਂ ਸਰਵਣ ਕਰ ਰਹੇ ਸੀ। ਦੁਨੀਆ ਦੇ ਮਹਾਨ ਯੋਧੇ ਸਰਦਾਰੇ ਆਜ਼ਮ ਸਰਦਾਰ ਹਰੀ ਸਿੰਘ ਨਲੂਏ ਦਾ ਜੀਵਨ ਮੈਂ ਤੁਹਾਡੇ ਚਰਨਾਂ 'ਚ ਰੱਖ ਰਿਹਾ ਹਾਂ। ਸਿੱਖ ਰਾਜ ਦੇ ਖੂਨੀ ਪੱਤਰੇ ਤੁਹਾਡੇ ਨਾਲ ਪ੍ਰਾਰੰਭ ਕਰ ਚੁੱਕਾ ਹਾਂ। ਸਮਾਂ ਬੜੀ ਸਪੀਡ ਨਾਲ ਆਪਣੀ ਮੰਜ਼ਿਲ ਵੱਲ ਜਾ ਰਿਹਾ। ਕੱਲ ਦੇ ਦੀਵਾਨ 'ਚ ਤੁਸਾਂ ਨੇ ਸਰਵਣ ਕੀਤਾ ਹੈ ਪੇਸ਼ਾਵਰ ਦੇ ਗਵਰਨਰ ਹਾਜੀ ਖਾਨ ਦੀ ਲਿਖੀ ਹੋਈ ਪੱਤਰਕਾਰ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲੀ। ਇਹ ਗੱਲ ਨੋਟ ਕਰਿਓ ਸਾਧ ਸੰਗਤ। ਇਹ ਉਹ ਸਮਾਂ ਸੀ ਜਦੋਂ ਪੂਰੇ ਖਾਲਸਾ ਰਾਜ ਵਿੱਚ ਕਿਸੇ ਨੂੰ ਇਹ ਨਹੀਂ ਸੀ ਕਹਿਣਾ ਪੈਂਦਾ ਕਿ ਤੂੰ ਅੰਮ੍ਰਿਤ ਛਕ ਲੈ। ਜਿਹਨੇ ਛਕਿਆ ਨਹੀਂ ਸੀ ਹੁੰਦਾ ਉਹਦੇ ਨਾਂ ਦੇ ਨਾਲ ਸਿੰਘ ਸ਼ਬਦ ਨਹੀਂ ਸੀ ਹੁੰਦਾ। ਦੋ ਗੱਲਾਂ ਕਦੀ ਨੋਟ ਕਰਿਓ। ਸਿੱਖ ਇਤਿਹਾਸ ਵਿੱਚ ਜਿਸਨੇ ਸਭ ਤੋਂ ਪਹਿਲਾਂ ਆਪਣਾ ਦਾੜਾ ਬੱਧਾ ਉਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲਖਤੇ ਜਿਗਰ ਸਰਦਾਰ ਸ਼ੇਰ ਸਿੰਘ। ਸਿੱਖ ਕੌਮ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਸਨੇ ਸਭ ਤੋਂ ਪਹਿਲਾਂ ਆਪਣੇ ਕੇਸਾਂ ਨੂੰ ਕੈਂਚੀ ਲਗਵਾਈ ਉਹ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲਖਤੇ ਜਿਗਰ ਮਹਾਰਾਜਾ ਦਲੀਪ ਸਿੰਘ ਸੀ। ਇਹ ਗਿਰਾਵਟਾਂ ਆਈਆਂ ਕਿਉਂ? ਇਹੋ ਹੀ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਤੁਸਾਂ ਨੇ ਸੰਗਤਾਂ ਨੇ ਹੁਕਮ ਲਾ ਦਿੱਤਾ ਪਹਿਲੇ ਦਿਨ ਹੀ। ਸਿੱਖ ਸਰਦਾਰ ਸਿੱਖ ਰਾਜ ਦਾ ਚੀਫ ਜਨਰਲ ਫੌਜਾਂ ਦਾ ਜਰਨੈਲ ਸਿੰਘਾਂ ਨੂੰ ਆਖਿਆ, ਕਹਿਣ ਲੱਗੇ ਖਾਲਸਾ ਜੀ ਜੰਗ ਦੀ ਤਿਆਰੀ ਕਰੋ। ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਹੈ, ਲੜੀ ਬੜੀ ਗੁੰਝਲਦਾਰ ਹੈ। ਇਹਨੂੰ ਅਸੀਂ ਤਾਂ ਹੀ ਸਮਝ ਸਕਾਂਗੇ ਜੇ ਰੋਜ਼ਾਨਾ ਹੀ ਇਹਦੇ ਨਾਲ ਜੇ ਅਸੀਂ ਸ਼ੌਕ ਰੱਖਦੇ ਹਾਂ ਤੇ ਜੁੜਨ ਦੀ ਚੇਸ਼ਟਾ ਕਰਾਂਗੇ। ਸਰਦਾਰ ਨੇ ਆਖਿਆ ਅੰਮ੍ਰਿਤ ਵੇਲੇ ਦੁਸ਼ਮਣ ਉੱਤੇ ਚੜ੍ਹਾਈ ਕਰ ਦਿੱਤੀ ਜਾਵੇਗੀ। ਦਿਨ ਚੜ੍ਹਿਆ। ਇਹ ਰਵਾਇਤ ਸੀ ਜਦੋਂ ਫੌਜਾਂ ਹਮਲਾ ਕਰਦੀਆਂ ਸਨ ਦਿਨ ਦੀ ਚੜ੍ਹਾਈ ਨਾਲ ਕਰਦੀਆਂ ਸਨ ਤਾਂ ਕਿ ਕੋਈ ਬੇਗੁਨਾਹ ਨਾ ਮਾਰਿਆ ਜਾਵੇ। ਹੁਣ ਵਾਂਗ ਨਹੀਂ
ਜਦੋਂ ਕਿਸੇ ਮੁਲਕ ਨੇ ਕਿਸੇ ਦੇ ਉੱਤੇ ਹਮਲਾ ਕਰਨਾ ਕਰਦਾ ਹੀ ਰਾਤ ਨੂੰ ਹੈ, ਕਿਉਂਕਿ ਮਾਰਨੇ ਬੇਕਸੂਰ ਹੁੰਦੇ ਨੇ, ਗੁਨਾਹਗਾਰ ਤੇ ਆਪਣੇ ਮਹੱਲਾਂ ਵਿੱਚ ਵੜ ਕੇ ਬੈਠੇ ਹੁੰਦੇ ਨੇ। ਅੰਮ੍ਰਿਤ ਵੇਲਾ ਹੋਇਆ, ਮਰਦਾਂ ਨੇ ਦਰਿਆ ਟੁਕ 'ਚ ਇਸ਼ਨਾਨ ਕੀਤਾ, ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਜਾਪ ਕੀਤੇ। ਸਰਦਾਰ ਨੇ ਸਫੇਦ ਰੰਗ ਦਾ ਬਾਣਾ ਧਾਰਨ ਕੀਤਾ, ਸਫੇਦ ਰੰਗ ਦਾ ਸਿਰ ਤੇ ਉੱਚਾ ਲੰਮਾ ਦਮਾਲਾ, ਉਹਦੇ 'ਚ ਸਜੇ ਹੋਏ 40 ਚੱਕਰ, ਮਰਦ ਦੀ ਛਾਤੀ ਬੀੜੀਆਂ ਹੋਈਆਂ ਤਵੀਆਂ, ਗਲ 'ਚ ਹਜੂਰੀਆ ਪਾ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਮਹਾਰਾਜ, ਗਰੀਬ ਨਵਾਜ਼ ਖਾਲਸਾ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਸੀ, ਮੁਹਿੰਮ ਦੇ ਉੱਤੇ ਚੜ ਕੇ ਚੱਲੇ ਹਾਂ, ਆਪ ਜੀ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਅਰਦਾਸ ਕਰਕੇ ਸਰਦਾਰ ਘੋੜੇ ਦੇ ਉੱਤੇ ਸਵਾਰ ਹੋਇਆ, ਉਹਦਾ ਬੱਗਾ ਘੋੜਾ ਉਹਨੇ ਆਪਣੇ ਪੈਰ ਜ਼ਮੀਨ ਤੋਂ ਚੁੱਕੇ ਦੁਬਾਰਾ ਜ਼ਮੀਨ ਉੱਤੇ ਰੱਖੇ, ਖੋਰੂ ਪਾਇਆ ਤੇ ਗਰਦ ਆਕਾਸ਼ ਵੱਲ ਨੂੰ ਚਾੜ ਦਿੱਤੀ। ਉਹਦਾ ਘੋੜਾ ਯੋਰ ਦੀ ਹਿਣਕੇ ਹੈ, ਉਹਦੇ ਪੱਥੇ 'ਚ ਪਏ ਹੋਏ ਤੀਰਾਂ ਨੇ ਆਪਣੇ ਡੰਗ ਸਵਾਰੇ, ਉਹਦੀ ਤੇਗ ਉਛਲ ਕੇ ਮਿਆਨ 'ਚੋਂ ਬਾਹਰ ਆਈ, ਉਹਦੇ ਦੋ ਤਾਰੇ ਖੰਡੇ ਨੇ ਵਲ ਖਾਦੇ, ਉਹਦੀ ਕਮਾਨ ਨੇ ਗੜਾਈਆਂ ਲਈਆਂ, ਉਹਦੀ ਦੁਨਾਰੀ ਨੇ ਬੁੱਲਾਂ ਤੇ ਜ਼ਬਾਨ ਫੇਰੀ, ਖਿੱਚ ਕੇ ਘੋੜੇ ਦੀਆਂ ਵਾਗਾਂ ਮਾਰ ਕੇ ਦੀ ਪਸ਼ਾਵਰ ਦੇ ਉੱਤੇ ਹਮਲਾ ਕਿਵੇਂ ਕਰਦੇ ਨੇ, ਉਹ ਸਿਰ ਦਾ ਵੇਰਵਾ ਢਾਡੀ ਸੁਣਾ ਸ਼ਬਦਾਂ 'ਚ ਹੈ।
ਸਿੰਘਾਂ ਦੀ ਵੇਖ ਕੇ ਹਰ ਪ੍ਰਿਥਵੀ ਆਕਾਸ਼ ਹੋਏ ਰੰਗ। ਵਾਹ ਦਾਈਨੇ ਪਛੋੜ ਵੱਲ ਜਾਵਦੇ, ਵਾਹ ਦਾਈਨੇ ਪਛੋੜ ਵੱਲ ਜਾਵਦੇ, ਅੱਗੇ ਇੱਕ ਦੂਸਰੇ ਦੇ ਲੰਘ। ਕਹਿੰਦੇ ਜਾਂਦਿਆਂ ਮੁਕਾ ਕੇ ਮੁੜਾਂਗੇ, ਕਹਿੰਦੇ ਜਾਂਦਿਆਂ ਮੁਕਾ ਕੇ ਮੁੜਾਂਗੇ, ਹਰੀ ਖਾਂ ਕਾਕੜ ਵਾਲੀ ਕੰਗ। ਯਾਦ ਰਹਿੰਦੀਆਂ ਰਹਿੰਦੀਆਂ ਯਾਦਰਾਂ ਤੇਰੀਆਂ, ਹਾਂ ਜੀ ਹਾਂ ਵਰਦੀਆਂ। ਇਹ ਘਟਨਾ ਹੈ ਸਾਲ ਸਨ 1835। ਇਹ ਉਹ ਦਿਨ ਸਨ ਸਾਧ ਸੰਗਤ ਜਦੋਂ ਖਾਲਸਾ ਰਾਜ ਆਪਣੀਆਂ ਪੂਰਨ ਜਵਾਨੀਆਂ ਮੰਨ ਰਿਹਾ ਸੀ, ਜਦੋਂ ਵੱਡੇ ਵੱਡੇ ਵਜ਼ੀਰ, ਵੱਡੇ ਵੱਡੇ ਅਹਿਲਕਾਰ, ਦੇਸ਼ਾਂ ਵਿਦੇਸ਼ਾਂ ਦੇ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਜਾ ਕੇ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਕਹਿੰਦੇ ਸਨ, ਸਰਦਾਰਾ ਸਾਨੂੰ ਆਪਣੇ ਦੇਸ਼ 'ਚ ਰਹਿਣ ਦੀ ਇਜਾਜ਼ਤ ਦੇ ਦੇ, ਨੌਕਰੀ ਦੇ ਦੇ, ਤਨਖਾਹ ਮਰਜ਼ੀ ਨਾਲ ਦੇ ਦੇਵੀਂ, ਅਸੀਂ ਆਪਣੇ ਦੇਸ਼ ਵਿੱਚ ਜਾ ਕੇ ਗੱਲ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਖਾਲਸਾ ਰਾਜ ਵਿੱਚ ਜਾ ਕੇ ਨੌਕਰੀ ਕਰਦੇ। ਇਹ ਦਿਨ ਸਨ, ਕਦੀ ਇਤਿਹਾਸ ਨੂੰ ਬਰੀਕੀ ਨਾਲ ਪੜ੍ਹ ਕੇ ਵੇਖੀਏ, ਜਦੋਂ ਖਾਲਸਾ ਰਾਜ ਦੀ ਕਰੰਸੀ ਜਿਹੜੀ ਸੀ ਦੁਨੀਆ ਦੀ ਸਭ ਤੋਂ ਸਰਵੋਤਮ ਕਰੰਸੀ ਸੀ, ਸਭ ਤੋਂ ਮਹਿੰਗੀ। ਅਮਰੀਕਾ, ਫਰਾਂਸ ਔਰ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਜਰਨੈਲ ਸਨ, ਉਹ ਦਰਖਾਸਤਾਂ ਦਿੰਦੇ ਸਨ ਕਿ ਸਾਨੂੰ ਸਿੱਖ ਰਾਜ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਸੀਂ ਕਮਾਇਆ ਕਿ ਰਾਜ ਭਾਗ ਬਰਬਾਦ ਕੀਤਾ, ਫਿਰ ਸਾਡੇ ਨੌਜਵਾਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਫਿਰ ਸਾਡੀਆਂ ਲਾਈਨਾਂ ਲੱਗ ਗਈਆਂ। ਜਿਹੜੇ ਕਦੀ ਸਾਡੇ ਸਾਹਮਣੇ ਝੋਲੀ ਅੱਡ ਕੇ ਖਲੋਂਦੇ ਸਨ, ਅਸੀਂ ਉਹਨਾਂ ਦੇ ਦੇਸ਼ ਵਿੱਚ ਆਣ ਕੇ ਝੋਲੀ ਅੱਡ ਕੇ ਖਲੋਗੇ। ਇਹ ਸਾਡੀ ਕਮਾਈ ਹੋਈ। ਮੈਂ ਬਿਆਨ ਕਰ ਰਿਹਾ ਹਾਂ, ਮਰਦ ਜਾ ਰਿਹਾ ਹੈ ਪਸ਼ਾਵਰ ਤੋਂ ਥੋੜੀ ਦੂਰ ਅਜੇ ਰਹਿੰਦਾ ਸੀ ਪਸ਼ਾਵਰ, ਜਦ ਸਰਦਾਰ ਨੇ ਆਪਣੀਆਂ ਫੌਜਾਂ ਰੁਕਣ ਦਾ ਇਸ਼ਾਰਾ ਕੀਤਾ। ਸਰਦਾਰ ਮਹਾਂ ਸਿੰਘ ਨੇ ਆਖਿਆ, ਕਹਿਣ ਲੱਗਾ, ਸਿੰਘ ਸਾਹਿਬ ਕਿਉਂ ਰੋਕਿਆ ਗਿਆ? ਸਰਦਾਰ ਨੇ ਇੱਥੇ ਇੱਕ ਝੂਠ ਬੋਲਿਆ। ਕਹਿੰਦੇ ਨੇ ਕਈ ਵਾਰ ਬੋਲਿਆ ਹੋਇਆ ਝੂਠ 100 ਸੱਚ ਨਾਲੋਂ ਵੀ ਚੰਗਾ ਹੋਇਆ ਕਰਦਾ ਹੈ, ਤੇ ਕਈ ਵਾਰ ਐਵੇਂ ਝੂਠ ਬੋਲੀ ਜਾਣਾ। ਇੱਕ ਵਿਦਵਾਨ ਦਾ ਇੱਕ ਇੱਥੇ ਕਥਨ ਹੈ, वो कहता, जैसे बिक के पान करने से सारे ही शरीर को अत अनंत कष्ट हो। कोई जहर खा ले मौत भी हो जाती है, इंसान को तकलीफ बड़ी होती है। जैसे बिक के पान करने से सारे ही शरीर को अत अनंत कष्ट हो, जैसे पापी के कुसंग संग बैठने से, किसे माड़े दी संगत कर लो, गुनाह उन्हें कीता रगड़े तुसां भी जाना। कीर्ति की हान और कीर्त अभष्ट हो, जैसे पापी के घर का अन्न खाने से अच्छे अच्छे ऋषियों की बुद्धि भ्रष्ट हो, इसी प्रकार एक बार झूठ बोलने से जन्मन जन्मांतरा का पुण्यदान नष्ट हो। इंसान सारा कुछ ही बर्बाद कर लेंदा है, पर मैं बिने कर रहा कई बार झूठ 100 सच नालों भी चंगा होया करदा है। सरदार ने आख्या, मैनू खबर मिली है असी पेशावर ते हमला करना, ते हाजी खान ने अपने दौड़न का प्रबंध कर लिया। कोई खबर नहीं सी मिली। सिंघा ने आख्या, फिर सरदार ने आख्या, असा जी हाजी खान नूं भज्जन नहीं देना, इस करके प्लैनिंग बनाई जाए, विਉਂਤ बनाई जाए कि हाजी खान दौड़ ना सके। किवें हो सकता है? उन्होंने सरदार महा सिंह जरनैल नूं आख्या, तुसी अपना जत्था लैके पेशावर शहर के सजे पासे चले जाओ। हाजी खान सजे पासे दौड़ के दरिया लुंडा पार करके काबल जाने की कोशिश करेगा, तुसां उसनूं रोकना है। 7 बचन लैणा सिंह मजीठीए सरदार नूं आख्या गया, तुसी अपना जत्था लैके शहर के खब्बे पासे
पहाड़ां वाले पासे चले जाओ, इधरों महा सिंह रोकेगा, इधरों दी दौड़न की कोशिश करेगा। 7 वचन सरदार देसा सिंह मजीठिया सरदार नूं आख्या गया, तुसी अपना जत्था लैके शहर के पिछले पासे चले जाओ। जदों असीं तिन्नां पासियां तो घेरिया, उन्हें चौथे रस्ते राहीं दौड़न की कोशिश करनी है, तुसां नूं भज्जण नहीं देना है। जदों तुसी उत्थे चले जाओगे, मैनूं खबर भेज देनी, मैं पेशावर उत्ते हमला कर देवांगा। हुण सरदार नूं किसने आण के दस्सिया सी? किसे ने भी नहीं। पर सरदार नूं इस गल दा पता सी कि हाजी खां अपनियां सारियां ही तोपां जिहड़ियां 40-45 के करीब हन, वो शहर के बार-बार फिट करके बैठा होया है। सिंह हमला करनगे, दुश्मन दीयां तोपां सिंहां दे परखच्चे उड़ा देणगीਆਂ। सरदार ने मन च विचार कीती, कहंदा हरी सिंह अज तू मर जावे ते 20 वारी मर जावे, तेरा कोई भी जरनैल इत्थे शहीद नहीं होना चाहिए। बहाने दे नाल अपने सरदारां नूं अपने नालों जुदा कर दिता है। मगर बचे सरदार, सरदार अमर सिंह, सरदार निधान सिंह पंज हत्था। इन्होंने आख्या सानू की हुक्म है? सरदार ने आख्या तुसी मेरे नाल रहोगे पर मेरे पिछे रहोगे। वाह मरदा है, इनू कहंदे ने कौम दी लीडरशिप। ये नहीं कौम नूं बालदी दे बूथे दे के पिठ च छुरा मार के आप गद्दियां दे उत्ते बैठ जाना है। इनू राज नहीं कहंदे। सत संगत, हर सरदार दूसरे दे उत्ते जिथे किस दा मुड़का डोलदा सी, ओह खून डोलदा सी। प्रोग्राम बन गए है। जदों देसा सिंह मजीठिया सरदार भी पिछले पासे पेशावर दे चलिया गए, खबर मिल गई सरदार नूं, इन्हें अपने सरदारां दे नाल पेशावर शहर दे उत्ते हमला कर दिता है। हाजी खान ने सिंहां नूं जिउं आया कहण वास्ते बड़ा वड्डा प्रबंध कीता होया सी। उन्हें अपने तोपचियां नूं हुक्म कीता है, तोपां नूं अग विखाओ ते सिंहां नूं जिउं आया आखो। साध संगत तोपां चलियां, 200 सिंहां दा जत्था ऐसा मैदाने जंग च शहीद होया जिन्हें ना अपनी अजे तेगां भी बेमियान नहीं सन कीतियां। घोड़ियां समेत उन्हां दीयां लाशां आकाश च तूंबा तूंबा होके उड़ गईयां। सरदार घबराया नहीं। सरदार ने आख्या खालसा जी, गुरु दे सिखा, सरदार बन के बैठा, तेरे वास्ते तेरे वड वडेरिया ने बड़ा कुछ किया, बड़ियां कुर्बानियां कीतियां, बड़ियां शहादतां दित्तियां ने, खोपरी लहाई है तेरे सिर ते पग रह सके। साडियां मातावां बैठियां होइयां ने, बड़ी वड्डी कुर्बानी है इन्हां दी। साध संगत, ये धर्म दा राज एवें नहीं कायम होया दे वास्ते कुर्बानियां दित्तियां गईयां ने। गल सामने आ गई है शहादतां दी। मैं थोड़ा जिहा एक नक्शा तुहाडे चरनां च रखना चाहुंदा। संगत दा टकाव वेख के दिल कर आया कि मैं नक्शा तुहाडे चरनां च रखां। बाबा राम सिंह जी कल दे रात दे कथा दे दीवान च उहदा जिक्र करके गए ने। की कुर्बानियां कीतियां? जिन्ने भी आपां इत्थे बैठे हैं, चलिए मन बिरती लई खड़ी है अपनी लाहौर मीर मनु दी जेल विच। उत्थे मातावां कैद हन, उन्हां मातावां दी गोद च छोटे छोटे बच्चे हन, किसे दी साल दा, किसे दी 1.5 साल दा, किसे दी 6 महीने दा, किसे दे महीने दा। सारा दिन दाने पीसण वास्ते दिते जांदे हन। खन्नी प्रशादा जिन्हों अद्धा किया जाता, छकण वास्ते एक प्याला पानी दा। सारा दिन बीबी ने दाने पीसे। शाम पई, वो माता ने 5 इशनाना कीता, अद्धा प्रशादा छकिया, अपने हाथ सुचे करके अपने सारा दिन दे रोंदे बाल नूं अपनी गोद च लैके उसने रहरास साहब जी दा जाप कीता। सारा दिन दा रोंदा बच्चा सौ गया। माता से उस ठंडे फर्श दे उत्ते लटा के गल च हजूरिया पा के जिन्नी को अरदास उसनूं आउंदी सी, उन्हें अरदास कीती, हे गुरु कलगीधर पातशाह जीओ, आप जी दे भाणे च दिन बतीत होया, बड़े सुखां दा बतीत होया, रहन आई है, किरपा करनी सुखां दी बतीत हो जावे। बच्चा रोंदा रहा, बीबी भुखी है, सारा दिन चक्की चलाई है। जलाद ने वेख ले, जाके हाकम नूं दस्सिया, उन्होंने क्रोध चढ़ गया, कहन लगा है ये बीबी मेरे दुख नूं दुख मनदी नहीं। उन्हें आख्या इहदा सुख दुख विच तब्दील कर दिओ। जलाद गए, हाकम खलोता वेख रहे है,
जलादा ने बीबी दी गोद चो बच्चा धू के 6 महीने का भुआ के मारे, लोटनियां खांदा होया बच्चा जाके हवाला दियां सीखां नाल वजा। सुता होया बच्चा उची उची रोन लगा। दोवां बंदियां ने बीबी नूं सीधा लटाया, मन पक्के दा भारा पत्थर लिया के उहदी छाती दे उत्ते रख दिता, मारिया ठुड। कलगियां वाले दी बचिए, हुण असीं वेखांगे तेरी रात किदां सुखां दी बतीत हुंदी है। जलाद चलिया गया है, पहरेदार चले गए। वो बच्चा रिड़दा रिड़दा अपनी माता दे कोल आया। 4 चफेरे का चक्कर लगाउंदा, कोई साल का है, कोई 1.5 साल का, कोई 6 महीने का। वो छोटे छोटे बच्चे अपने मासूम जे हत्थां नाल, जिन्हां दियां गुलाब दियां पंखड़ियां वर्गियां निक्कियां निक्कियां बुल्लियां सन, छोटे छोटे हाथ सन, माता दी छाती तो पत्थर नूं धक्कदे हन। भारा पत्थर जदों नहीं धक्किया गया, रिड़े रिड़दे हवा ला दियां सीखां दे कोल गए। सीखां दे आसरे नाल खलोते उच्ची उच्ची रोए, मानो किसी नूं आवाज दे रहे हुण कि साडी मां नूं इह पत्थर दे थल्ले कढ दिओ। मां ने वेखिया, खब्बी बांह लम्मी करके बच्चे नूं फड़िया, घसीट के अपने कोल लैण दा। अपनी उंगल दे नाल उहदे चेहरे दे उत्तों दियां कोमल कोमल गल्लां दे उत्तों हंझू पूंजे। मां ने आख्या, धौन नूं खब्बे पासे मोड़ के बचिया, कलगियां वाले दे बचिया, मैं तेनू अज अपनी गोद च नहीं सवाल सकती, पर अरदास करदी हां तेरा कलगियां वाला पिता अज दी रात तेनू अपनी गोद च जगह देवे। माता ने बांह कीती, मासूम बच्चे ने इशारा समझ लिया, जिहदे सिर ते बूरे कक्के केस सन, उन्हें अपनी माता दी बांह उत्ते अपना सिर रख दिता। मां बेहोश हो गई, बच्चा सौ गया। काली रात, लंबी रात बतीत हुई, दिन चढ़िया। पहरेदार आए, छाती तो पत्थर लांबे कीता, ठुड मारे, उठ कलगियां वाले दिए बचिए। बड़ियां लोरियां देंदी सा, अरदासां करदी सा, चल दाने पी। वो बच्चा भी जाके रोन लग पिया, भुखा सी 2 दिन का। मां दुध पियाउण लगी, दुध आया नहीं। कहन लगी, मेरे बच्चिया, मैं तेनू अपना दुध ते नहीं पिया सकती, पर आ तेरे बाबे नानक दी तेनू मैं बाणी सुणाउंदी हां। बच्चे नूं गोद च लैके बीबी ने जपजी साहिब दा पाठ किया। पाठ करके बच्चे नूं लटा के जमीन उत्ते बच्चा फिर सौ गया। बीबी ने अरदास की, हे महाराज, तू बड़ी कृपा की, तेरे भाणे च रहन आई सी, बड़े सुखां दी बड़े आनंद विच बतीत हुई है। पातशाह दिन चढ़िया, यह भी इदां ही तेरे भाणे च आनंद विच बतीत हो जाए। पहरेदारां ने फिर जाके दसिया। हाकम नूं गुस्सा चढ़ गया, उन्हें एक सख्त हुक्म जारी कर दिता। वह हुक्म पा के जलाद आए, मां दी गोद चो बच्चा खिंच के बाहर लै गए। मां पिछे दौड़ी, मां दे वेखदे वेखदे बच्चा आकाश वाल सुट दिता। मां ने थले झोली की। जलाद हस के कहंदा, कलगियां वाले दी बच्चियां चिंता ना कर, इन्हूं मैं डिगण नहीं देंदा। बच्चा धरती वाल आ रहा सी, जलाद ने थले नेजा कर दिता सत्संग दा। वो बच्चा नेजे विच परोया गया, वो तड़फिया, उसकी चीख निकली, खामोश हो गए। नेजा उल्टा किया गया। अरदास है जो असी सुनते हैं तो असी वासियां लेंदे हुंदे हैं, जिन्हां मातावां ने बच्चों के टोटे करा के गलां च हार पवाए, वो कांड है। उल्टा करके नेजा छाती ते रख के पैर पुट्टिया, नेजा गंडासा फड़ लिया ते बच्चे नूं निक्के निक्के टुकड़ियां च तब्दील कर दिता। तुहाडे सामने तुहाडे बच्चे नूं कोई चपेड़ मार के वेखिया, मां जान ना कढ लवेगी। धन सानो मावा। टुकड़े करके रस्सी च बन के माता दे गल च पा दिता। कहन लगे, लै गोद च लोरियां देंदी सा, लै पींग ना हुलारे दे। दाने पीसण वास्ते दे दिते। माता पीसण पीसदी है, हत्था अगले पासे जांदा है, पुੱਤ ਦੀਆਂ बोटियां छाती नालों हटवियां हो जांदियां ने। हत्था अपने पासे आउंदा, कमर सीधी हुंदी है, पुੱਤ ਦੀਆਂ बोटियां छाती नाल जुड़ जांदियां ने। सारा दिन इसे तरह हुंदा रहा है। फिर की होया, छां पई। माता ने 5 इशनाना कीता, करके चौंकड़ा लाया, रहरा साहब दा जाप कीता। जाप करके अरदास कर लगे, अज अपने बच्चे दी आंदरां दा हजूरिया बनाया। पुੱਤ ਦੀਆਂ बोटियां नूं हत्थां च लैके ਇਹ बीबी ने अरदास की, कलगियां वाले पातशाह तू बड़ी कृपा की,
ਤੇਰੇ ਭਾਣੇ 'ਚ ਦਿਨ ਚੜਿਆ ਸੀ ਬੜੇ ਆਨੰਦ ਨਾਲ ਬਤੀਤ ਹੋ ਗਿਆ। ਜਿਵੇਂ ਤੈਨੂੰ ਪਾਉਂਦਾ ਸੀ ਤਿਵੇਂ ਬਤੀਤ ਹੋਇਆ ਮੇਰੇ ਮਾਲਿਕ। ਹੁਣ ਮੈਂ ਅਰਦਾਸ ਕਰਦੀ ਆ, ਮੇਰਾ ਬੱਚੇ ਦੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਗਈ। ਮੇਰਾ ਆਪਣੇ ਬੱਚੇ ਬਗੈਰ ਮੇਰੇ ਮਾਲਕ ਜੀ ਨਹੀਂ ਲੱਗਣਾ। ਮੇਰੇ ਪਾਤਸ਼ਾਹ ਮੇਰੇ ਪੁੱਤਰ ਨੂੰ ਆਪਣੀ ਗੋਦ 'ਚ ਥਾਂ ਦਿੱਤੀ ਹੈ ਤੇ ਮੈਨੂੰ ਵੀ ਆਪਣੇ ਕੋਲ ਬਣਾ ਲਓ। ਪੁੱਤ ਦੀਆਂ ਬੋਟੀਆਂ ਨੂੰ ਵੇਖ ਕੇ ਮਾਤਾ ਨੇ ਆਖਿਆ, ਬੱਚਿਆ ਉਹ ਮਾਂ ਕੋਈ ਜਿਉਂਦੀ ਫਿਰਦੀ ਜਿਹਦਾ ਪੁੱਤਰ ਉਹਦੀਆਂ ਅੱਖਾਂ ਸਾਹਮਣੇ ਚਲਿਆ ਜਾਵੇ। ਮੇਰਾ ਤੇਰੇ ਬਗੈਰ ਜੀ ਨਹੀਂ ਲੱਗਣਾ। ਆਖੀ ਆਪਣੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਮੇਰੀ ਅਭਾਗਨ ਮਾਂ ਨੂੰ ਵੀ ਆਪਣੇ ਕੋਲ ਬੁਲਾ ਲੈ। ਅਸੀਂ ਦੋਵੇਂ ਮਾਂ ਪੁੱਤ ਇਕੱਠੇ ਜਾਵਾਂਗੇ ਤੇਰੇ ਕਲਗੀਆਂ ਵਾਲੇ ਪਾਤਸ਼ਾਹ ਦੀ ਗੋਦ 'ਚ। ਕਰਕੇ ਅਰਦਾਸ ਬੀਬੀ ਦੜ ਕਰਕੇ ਡਿੱਗੀ। ਉਹਦੇ 5 ਪੂਤਕ ਸਰੀਰ ਦੇ 'ਚ ਉਹਦੇ ਪ੍ਰਾਣ ਪੰਖੇਰੂ ਹੋ ਗਏ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਸਾਧ ਸੰਗਤ, ਇਹ ਅਰਦਾਸ ਉਹ ਇਤਿਹਾਸ ਹੈ ਜਿਹਦੀ ਬਦੌਲਤ ਅੱਜ ਅਸੀਂ ਆਨੰਦ ਮਾਣ ਰਹੇ। ਸਾਡੇ ਘਰਾਂ 'ਚ ਇਹ ਸੀ, ਸਾਡੇ ਘਰਾਂ 'ਚ ਹੀਟਾਂ ਚੱਲਦੀਆਂ ਨੇ ਜਦੋਂ ਬਰਫ਼ ਪੈਂਦੀ ਹੈ। ਸਾਡੇ ਕੋਲ ਮਹਿੰਗੀ ਤੋਂ ਮਹਿੰਗੀ ਗੱਡੀ, ਮੈਂ 500 ਏਕੜ ਦਾ ਮਾਲਕ, ਮੇਰੇ ਕੋਲ 500 ਟਰੱਕ, ਮੇਰੇ ਕੋਲ ਆ, ਮੇਰੇ ਕੋਲ ਜੇ, ਮੇਰੇ ਕੋਲ ਉਹ। ਕਦੀ ਉਹਨਾਂ ਨੂੰ ਯਾਦ ਜ਼ਰੂਰ ਕਰਿਆ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਕੋਲ ਇਹ ਸਭ ਕੁਝ ਹੈ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਸਾਡੇ ਵਾਸਤੇ ਨਿਸ਼ਾਵਰ ਕੀਤਾ। ਗੁਰੂ ਦਾ ਸਿੱਖਾ ਕਿਤੇ 5 ਮਿੰਟ 10 ਮਿੰਟ ਜਿੱਥੇ ਰੋਜ਼ ਬਾਣੀ ਪੜ੍ਹਦਾ ਕਿਤੇ ਉਹਨਾਂ ਨੂੰ ਵੀ ਯਾਦ ਕਰਿਆ ਕਰ। ਜੇ ਨਹੀਂ ਕਰ ਸਕਦੇ ਉਹਨਾਂ ਚਿਰ ਹੀ ਯਾਦ ਕਰ ਲਈਏ ਜਿੰਨਾ ਚਿਰ ਅਰਦਾਸੀਆ ਸਿੰਘ ਅਰਦਾਸ ਕਰਦਾ ਹੈ, ਉਹਨਾਂ ਚਿਰ ਹੀ ਆਪਣੇ ਹਿਰਦੇ 'ਚ ਵਸਾ ਲਈਏ। ਮੈਨੂੰ ਦਿੱਤਾ ਹੋਇਆ ਸਮਾਂ ਮੇਰਾ ਸਮਾਪਤ ਹੈ। ਮੈਂ ਮਾਫੀ ਚਾਹੁੰਦਾ, ਇਤਿਹਾਸ ਤੋਂ ਥੋੜਾ ਜਿਹਾ ਮੈਂ ਲਾਂਭੇ ਗਿਆ ਹਾਂ। ਸਮੇਂ ਦੇ ਪਾਬੰਦ ਰਹਿਣਾ ਹੈ। 8:15 ਤੱਕ ਹੁਕਮ ਕੀਤਾ ਸੀ। 20 ਮਿੰਟ ਦੇ ਸਮੇਂ 'ਚ ਮੈਂ ਜਿੰਨਾ ਕੁਝ ਵੀ ਤੁਹਾਡੇ ਨਾਲ ਸਾਂਝਾ ਕਰ ਸਕਿਆ ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਪਹਿਲਾਂ ਹੀ ਬੇਨਤੀ ਕੀਤੀ, ਗਾਥਾ ਬੜੀ ਲੰਬੀ ਹੈ। ਮੈਂ 2.5 ਮਹੀਨੇ ਵਿੱਚ ਟੋਰਾਂਟੋ ਸਿੱਖ ਰਾਜ ਕਿਵੇਂ ਗਿਆ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ 1 ਘੰਟੇ ਰੋਜ਼ ਟਾਈਮ ਦੇ ਵਿੱਚ। 1.5 ਮਹੀਨੇ ਦੇ ਸਮੇਂ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਸਪੀਡ ਆਪਣੀ ਵਧਾ ਲਾਂ ਤੇ ਆਪਣੇ ਰਹਿੰਦੇ ਸਮੇਂ ਵਿੱਚ ਮਜ਼ਮੂਨ ਨੂੰ ਮੈਂ ਤੁਹਾਡੇ ਚਰਨਾਂ 'ਚ ਸਾਂਝਾ ਕਰਨ ਦਾ ਯਤਨ ਕਰਾਂ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ। ਤੁਸਾਂ ਨੇ ਇਤਿਹਾਸ ਦਾ ਸਤਿਕਾਰ ਕਰਦਿਆਂ ਬੇਅੰਤ ਮੈਂ ਅਰਦਾਸ ਕਰਾਈ ਹੈ। ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਕਦਮ ਕਦਮ ਲੇਖੇ ਚਲਾਉਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਨੀਆਂ ਬੇਨਤੀਆਂ ਪ੍ਰਵਾਨ ਕਰੋ। ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।